ਸ਼ਾਂਤੀ। ਜੀਵਨ ਵਿੱਚ ਕਿਸੇ ਵੀ ਉਦੇਸ਼ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਕੁਛ ਨਾ ਕੁਛ ਲੱਛਣ ਧਾਰਨ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਸ ਤੋਂ ਹੀ ਪਹਿਚਾਨਿਆ ਜਾਂਦਾ ਹੈ ਕਿ ਅਸਲ ਵਿੱਚ ਵਿਅਕਤੀ ਕਿਸ ਤਰ੍ਹਾਂ ਦਾ ਹੈ, ਉਸ ਦਾ ਉਦੇਸ਼ ਕੀ ਹੈ। ਕਿਉਂਕਿ ਜਿਵੇਂ ਅਸੀਂ ਕਈ ਵਾਰ ਕਿਸੇ ਦੀ ਗੱਲ ਸੁਣਦੇ ਹੋਏ ਇਹ ਦੇਖਦੇ ਹਾਂ ਕਿ ਇੱਕ ਵਿਅਕਤੀ ਦੂਸਰੇ ਨੂੰ ਕਹਿੰਦਾ ਹੈ ਕਿ ਫਲਾਣਾ ਵਿਅਕਤੀ ਤਾਂ ਬੜਾ ਨੇਕ ਹੈ, ਉਹ ਬਹੁਤ ਭਲਾਈ ਦਾ ਕੰਮ ਕਰਦਾ ਹੈ, ਪਰੰਤੂ ਦੂਸਰਾ ਵਿਅਕਤੀ ਇਹ ਕਹਿੰਦਾ ਹੈ ਕਿ ਉਸਦੇ ਇਸ ਤਰ੍ਹਾਂ ਦੇ ਤਾਂ ਲੱਛਣ ਦਿਖਾਈ ਨਹੀਂ ਦਿੰਦੇ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕਿਸੇ ਵੀ ਵਿਅਕਤੀ ਨੂੰ ਉਸਦੇ ਲੱਛਣਾਂ ਤੋਂ, ਉਸਦੇ ਜੀਵਨ 'ਚ ਜੋ ਧਾਰਨਾਵਾਂ ਨੇ ਉਹਨਾਂ ਤੋਂ ਪਹਿਚਾਨ ਸਕਦੇ ਹਾਂ ਕਿ ਵਿਅਕਤੀ ਕਿਸ ਤਰ੍ਹਾਂ ਦਾ ਹੈ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੇਕਰ ਕੋਈ ਵਿਅਕਤੀ ਡਾਕਟਰ ਬਣਨਾ ਚਾਹੁੰਦਾ ਹੈ ਤਾਂ ਉਹ ਉਸਦੇ ਅਨੁਸਾਰ ਹੀ ਆਪਣੇ ਵਿਸ਼ੇ ਚੁਣੇਗਾ, ਉਸੇ ਤਰ੍ਹਾਂ ਉਹ ਕਾਲਜ ਵਿੱਚ ਐਡਮਿਸ਼ਨ ਲਏਗਾ ਅਤੇ ਆਪਣੇ ਉਦੇਸ਼ ਦੀ ਪੂਰਤੀ ਹੋਣ ਤੱਕ ਉਹ ਉਸ ਤਰ੍ਹਾਂ ਹੀ ਮਿਹਨਤ ਵੀ ਕਰਦਾ ਰਹੇਗਾ। ਸੋ ਇਸ ਤਰ੍ਹਾਂ ਜੀਵਨ ਵਿੱਚ ਕਈ ਤਰ੍ਹਾਂ ਦੇ ਉਦੇਸ਼ ਹਨ। ਜਿਵੇਂ ਕਿ ਇੱਕ ਵਿਦਿਆਰਥੀ ਜਦੋਂ ਸਕੂਲ ਵਿੱਚ ਪੜ੍ਹਦਾ ਹੈ ਤਾਂ ਉਹ ਕੀ ਸੋਚਦਾ ਹੈ ਕਿ ਮੈਂ ਡਾਕਟਰ ਬਣਾਂਗਾ, ਮੈਂ ਵਕੀਲ ਬਣਾਂਗਾ, ਪ੍ਰੋਫੈਸਰ ਬਣਾਂਗਾ, ਇੰਜੀਨੀਅਰ ਬਣਾਂਗਾ ਜਾਂ ਬਿਜ਼ਨਸਮੈਨ ਬਣਾਂਗਾ। ਸੋ ਅਸੀਂ ਦੇਖਦੇ ਹਾਂ ਕਿ ਕਈ ਤਰ੍ਹਾਂ ਦੇ ਵਿਸ਼ੇ ਹਨ, ਪਰ ਕੀ ਇਹ ਜੀਵਨ ਦੀ ਅੰਤਿਮ ਸਿੱਧੀ ਹੈ? ਕਿਉਂਕਿ ਇੱਕ ਡਾਕਟਰ, ਪ੍ਰੋਫੈਸਰ, ਇੰਜੀਨੀਅਰ ਬਣਨ ਤੋਂ ਬਾਅਦ ਵੀ ਵਿਅਕਤੀ ਮਿਹਨਤ ਕਰਦਾ ਹੀ ਰਹਿੰਦਾ ਹੈ। ਜੇਕਰ ਅਸੀਂ ਕਿਸੇ ਡਾਕਟਰ ਨੂੰ, ਪ੍ਰੋਫੈਸਰ ਨੂੰ, ਇੰਜੀਨੀਅਰ ਨੂੰ ਇਹ ਪੁੱਛੀਏ ਕਿ ਕੀ ਤੁਹਾਡੇ ਜੀਵਨ ਦਾ ਉਦੇਸ਼ ਪੂਰਾ ਹੋ ਗਿਆ ਹੈ, ਤਾਂ ਉਹ ਕੀ ਜਵਾਬ ਦੇਵੇਗਾ ਕਿ ਨਹੀਂ, ਕਿਉਂਕਿ ਡਾਕਟਰ ਜਾਂ ਪ੍ਰੋਫੈਸਰ ਬਣਨ ਤੋਂ ਬਾਅਦ ਉਸਨੂੰ ਫਿਰ ਵੀ ਮਿਹਨਤ ਕਰਨੀ ਹੀ ਪੈਂਦੀ ਹੈ। ਫਿਰ ਵੀ ਕੋਈ ਨਾ ਕੋਈ ਪੋਜੀਸ਼ਨ ਕਮਾਉਣ ਦੀ ਲਾਲਸਾ ਜਾਂ ਕੋਈ ਨਾ ਕੋਈ ਇੱਛਾ ਜੀਵਨ ਵਿੱਚ ਵੱਧਦੀ ਹੀ ਜਾਂਦੀ ਹੈ। ਸੋ ਅਸੀਂ ਸੋਚੀਏ ਕਿ ਜੀਵਨ ਦਾ ਅੰਤਿਮ ਉਦੇਸ਼ ਜਾਂ ਅੰਤਿਮ ਸਿੱਧੀ ਕੀ ਹੈ। ਸੋ ਰਾਜ ਯੋਗ ਦੇ ਦੁਆਰਾ ਸਾਨੂੰ ਇਹ ਗਿਆਨ ਮਿਲਦਾ ਹੈ, ਇਹ ਸਮਝ ਮਿਲਦੀ ਹੈ ਕਿ ਮਨੁੱਖ ਦੇ ਜੀਵਨ ਦਾ ਅੰਤਿਮ ਉਦੇਸ਼ ਹੈ ਦੇਵਤਾ ਪਦ ਪ੍ਰਾਪਤ ਕਰਨਾ ਜਾਂ ਦੇਵੀ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ। ਕਿਉਂਕਿ ਇਨਸਾਨ ਦੇਵਤਾਈ ਸਰੂਪ ਸੀ, ਜਿਸ ਨੂੰ ਅਸੀਂ ਇਨਸਾਨੀਅਤ ਕਹਿੰਦੇ ਹਾਂ। ਇਹ ਇਨਸਾਨੀਅਤ ਹੀ ਉਸ ਦੇਵਤਾ ਸਰੂਪ ਦੀ ਪਹਿਚਾਨ ਹੈ। ਨਰ ਸ਼੍ਰੀ ਨਾਰਾਇਣ ਸਰੂਪ ਸੀ ਅਤੇ ਨਾਰੀ ਸ਼੍ਰੀ ਲక్ష్ਮੀ ਸਰੂਪ ਸੀ। ਇਨਸਾਨ ਤਾਂ ਇਨਸਾਨ ਹੀ ਹੈ, ਪਰੰਤੂ ਜਦੋਂ ਇਨਸਾਨ ਦੇ ਅੰਦਰ ਦੇਵੀ ਗੁਣ ਆ ਜਾਂਦੇ ਹਨ, ਦੇਵੀ ਸੰਸਕਾਰ ਆ ਜਾਂਦੇ ਹਨ, ਤਾਂ ਉਹ ਦੇਵਤਾ ਕਹਿਲਾਉਂਦਾ ਹੈ। ਅਤੇ ਜਦੋਂ ਕਿਸੇ ਵਿਅਕਤੀ ਦੇ ਅੰਦਰ ਆਸੁਰੀ ਗੁਣ ਆ ਜਾਂਦੇ ਹਨ ਤਾਂ ਉਹ ਅਸੁਰ ਕਹਿਲਾਉਂਦਾ ਹੈ। ਸੋ ਅਸੀਂ ਦੇਖੀਏ ਕਿ ਸਾਡੇ ਜੀਵਨ ਦਾ ਕੀ ਉਦੇਸ਼ ਹੈ, ਕਿਉਂਕਿ ਅਸੁਰ ਬਣਨਾ ਤਾਂ ਕਿਸੇ ਨੂੰ ਵੀ ਪਸੰਦ ਨਹੀਂ ਹੋਵੇਗਾ। ਕਿਉਂਕਿ ਅਸੁਰ ਵਿਅਕਤੀ ਉਹ ਹੈ ਜਿਸ ਦੇ ਅੰਦਰ ਆਸੁਰੀ ਵਿਚਾਰ ਅਰਥਾਤ ਵਿਕਾਰਾਂ ਵਾਲੇ ਵਿਚਾਰ ਜਾਂ ਵਿਕਾਰੀ ਸੰਸਕਾਰ, ਵਿਕਾਰੀ ਸੁਭਾਅ ਹੈ। ਕਾਮ, क्रोध, मोह, लोभ, अशुद्ध अभिमान या तो फिर वैर भावना, नफरत की भावना, बदला, अपमान, राग, द्वेष, ये सब आसुरी संस्कार हैं। जिस व्यक्ति के अंदर असी ये गुण यानी कि ये अवगुण जो बुरे गुण हैं उसनों देखते हाँ तो वह व्यक्ति असुर के समान है। परंतु इससे विपरीत जिस व्यक्ति के अंदर दैवी गुण हैं, सहनशीलता है, अंतर्मुखता, मधुरता, गंभीरता, पवित्रता और नम्रता है, वो व्यक्ति देवता कहलाता है। जिवें असीं कई बार किसी व्यक्ति को देखते हाँ जो कि बहुत अच्छा है, सब दे नाल अच्छा व्यवहार करता है, तो कोई भी व्यक्ति ये कहेगा कि ये तो देवता समान है। सो असीं देखते हाँ कि देवता शब्द भी कितना प्यारा लगता है।
एक बच्चा बहुत प्यारा लगता है जो बहुत छोटा हुंदा है। क्यों छोटा बच्चा प्यारा लगता है? क्योंकि छोटे बच्चे नूं इस दुनिया की कोई समझ नहीं, उसनों विकार का कोई ज्ञान नहीं है। बच्चा नादान है, निर्दोष है, वो कुछ भी जानता नहीं है, इसलिए सब नूं भोला लगता है, प्यारा लगता है। इसी तरह जिस व्यक्ति के अंदर दैवी गुण हैं, जिसके अंदर दैवी सुभाव है, जिसके दैवी संस्कार हैं, वो व्यक्ति भी सब नूं प्यारा लगता है। सो इस तरह असीं देखते हाँ कि गुण भी साडे अंदर दो तरह के हैं, एक हैं अनादि गुण ते एक हैं आदि गुण। सो दो तरह के गुण किहड़े-किहड़े? अनादि गुण वो गुण हैं जो आत्मा का अपना असली सुभाव है, आत्मा के निजी संस्कार हैं जो कि हर व्यक्ति के अंदर हुंदे हैं, जिस तरह के ज्ञान, पवित्रता, सुख, शांति, आनंद, प्रेम और शक्ति। ये आत्मा के अपने असली निजी गुण हैं। जदों आत्मा इन्हां गुणां का अनुभव करती है तो वो आत्मिक अवस्था का अनुभव करती है, जिसनों असीं सैल्फ रियलाइजेशन भी कहते हैं कि सानू अपने आप की पहचान मिल जाती है कि मैं कौन हाँ। और दूसरे हैं साडे अंदर दैवी गुण। दैवी गुण आदि गुण कहलाते हैं, क्योंकि जदों असीं अपने अनादि गुणां नूं यानी कि आत्मा दीयां शक्तियां नूं, आत्मा दे मूल गुणां नूं जदों असीं अपने कर्म विच लिआउंदे हाँ, अपने व्यवहार विच लिआउंदे हाँ, जिस तरह के शांति नाल कर्म करते हाँ, सब नूं सुख देंदे हाँ, खुशी प्रदान करते हाँ या आनंद की अनुभूति कराउंदे हाँ, तां ये आदि गुण बन जाते हैं। सो इन्हां दोनों गुणां नूं जीवन विच धारण करन दे वास्ते असीं की करिए? क्योंकि जदों असीं आत्म चिंतन करते हाँ, परमात्म चिंतन करते हाँ, ज्ञान का मनन चिंतन करते हाँ, परमात्मा नूं अपने मन दे विच स्थान देंदे हाँ, तां असीं बड़े आराम नाल अपने अनादि ते आदि गुणां नूं यानी कि अपने आत्मिक गुणां नूं ते अपने दैवी गुणां नूं अपने जीवन विच धारण कर सकते हाँ। पर इसकी धारणा वास्ते एक बहुत ज़रूरी गुण है जिसनूं जीवन विच अपनाना होवेगा, अते वो गुण है अंतर्मुखता। अंतर्मुखता शब्द ही ये सिद्ध करता है कि अंतर यानी कि आत्मा दे मुख नूं देखना। एक प्रसिद्ध गीत है कि मुखड़ा देख ले प्राणी जरा दर्पण में, देख ले कितने पाप हैं कितने पुण्य तेरे जीवन में। किस मुख नूं देखना है अते किस तरह असीं अपने पाप अते पुण्य नूं भी देख सकते हैं। जेकर असीं सधारण शीशे दे विच देखांगे तो सानू पाप या पुण्य दिखाई नहीं देंगे, पर साडा चेहरा नज़र आएगा, चेहरे ते कोई दाग दिखाई दे सकता है। परंतु जेकर असीं ज्ञान दे दर्पण विच अपनी आत्मा नूं देखांगे तो सानू अपने पाप अते पुण्य दिखाई देंगे कि असीं कौन हाँ, मेरे अंदर की चल रहा है, मेरे विचार किहो जे हन, मेरा सुभाव की है, मेरे संस्कार की हैं। ये सानू ज्ञान दे दर्पण द्वारा ही यानी कि समझते नाल ही सानू ये पता चल सकता है। असीं देखते हाँ कि साडे जीवन का उद्देश्य की है, कि साडे जीवन का उद्देश्य केवल धन कमाना ही है। किसी का खून करके, चोरी करके या फिर बुरे कर्म करके जेकर असीं धन कमाउंदे हाँ तां की वो धन सानू सुख देवेगा? बिल्कुल नहीं। पाप दे नाल कमाया होया धन सानू कभी भी सुख नहीं दे सकता, क्योंकि जो धन असीं किसी नूं दुख दे के कमाया है, किसी नूं कष्ट दे के कमाया है, तां वो धन सानू किवें सुख दे सकता है? जेकर असीं कर्म ही दुख वाला कीता है तो उसका फल की मिलेगा? तो जरूर फल भी दुख वाला ही मिलेगा। पाप दे नाल कमाया होया धन सानू कभी भी सुख नहीं दे सकता। इसलिए कहा जाता है कि चोरी दा माल मोरी विच, यानी कि
ਜੋ ਧਨ ਅਸੀਂ ਕਿਸੇ ਨੂੰ ਦੁੱਖ ਦੇ ਕੇ ਕਮਾਉਂਦੇ ਹਾਂ ਜਾਂ ਪਾਪ ਕਰਮ ਕਰਕੇ ਕਮਾਉਂਦੇ ਹਾਂ, ਉਹ ਕਦੀ ਸੁੱਖ ਪ੍ਰਦਾਨ ਨਹੀਂ ਕਰੇਗਾ। ਕਿਉਂਕਿ ਅੱਜ ਮਨੁੱਖ ਧਨ ਦੀ ਲਾਲਸਾ ਵਿੱਚ ਬੁਰੇ ਕਰਮ ਕਰਦਾ ਹੈ, ਘਟੀਆ ਕਰਮ ਕਰਦਾ ਹੈ, ਉਹ ਕਿਸੇ ਦਾ ਖੂਨ ਚੂਸਦਾ ਹੈ। ਸੋ ਇਸ ਤਰ੍ਹਾਂ ਉਹ ਕਦੀ ਵੀ ਸੁੱਖ ਪ੍ਰਾਪਤ ਨਹੀਂ ਕਰ ਸਕਦਾ। ਮਨੁੱਖ ਦੇਵਤਾ ਸੀ, ਉਸ ਨੂੰ ਇਹ ਅੱਜ ਭੁੱਲ ਚੁੱਕਾ ਹੈ। ਇਸ ਕਾਰਨ ਉਸਦੇ ਆਪਣੇ ਜੋ ਅਨਾਦਿ ਸੰਸਕਾਰ ਹਨ, ਦੇਵੀ ਸੰਸਕਾਰ ਹਨ, ਉਸ ਨੂੰ ਵੀ ਇਹ ਭੁੱਲ ਚੁੱਕਿਆ ਹੈ। ਅਸੀਂ ਫਿਰ ਤੋਂ ਆਪਣੇ ਆਪ ਨੂੰ ਯਾਦ ਦਿਲਾਈਏ, ਫਿਰ ਤੋਂ ਅਸੀਂ ਆਪਣੇ ਉਦੇਸ਼ ਨੂੰ ਦੇਖੀਏ ਕਿ ਆਖਿਰ ਮੈਨੂੰ ਬਣਨਾ ਕੀ ਹੈ, ਮੇਰੇ ਜੀਵਨ ਦੀ ਧਾਰਨਾ ਕੀ ਹੋਣੀ ਚਾਹੀਦੀ ਹੈ। ਜਦੋਂ ਤੱਕ ਸਾਨੂੰ ਇਹ ਪਹਿਚਾਨ ਨਹੀਂ ਹੋਵੇਗੀ, ਅਸੀਂ ਆਪਣੇ ਉਦੇਸ਼ ਨੂੰ ਬਾਰ-ਬਾਰ ਯਾਦ ਨਹੀਂ ਕਰਾਂਗੇ, ਤਾਂ ਫਿਰ ਤੋਂ ਆਪਣੇ ਜੀਵਨ ਦਾ ਅਸੀਂ ਪਰਿਵਰਤਨ ਨਹੀਂ ਕਰ ਸਕਦੇ। ਸੋ ਇਸ ਦੇ ਵਾਸਤੇ ਅਸੀਂ ਆਪਣੇ ਆਪ ਨੂੰ ਚੈੱਕ ਕਰੀਏ, ਆਪਣੇ ਆਪ ਨੂੰ ਟਟੋਲੀਏ, ਆਪਣੇ ਆਪ ਨੂੰ ਦੇਖੀਏ ਕਿ ਮੇਰੇ ਅੰਦਰ ਅੱਜ ਕਿਹੜੇ ਸੰਸਕਾਰ ਹਨ, ਕਿ ਜੋ ਮੈਂ ਕਰਮ ਕਰ ਰਿਹਾ ਹਾਂ ਜਾਂ ਜੋ ਮੈਂ ਵਿਚਾਰ ਕਰ ਰਿਹਾ ਹਾਂ, ਜੋ ਮੈਂ ਬੋਲ ਰਿਹਾ ਹਾਂ, ਕਿ ਇਹ ਮੇਰੇ ਅਸਲੀ ਵਿਚਾਰ ਹਨ। ਸੋ ਅੰਤਰਮੁਖਤਾ ਦੇ ਦੁਆਰਾ, ਯਾਨੀ ਕਿ ਅੰਤਰ ਆਤਮਾ ਦੀ ਪਹਿਚਾਨ ਦੇ ਦੁਆਰਾ, ਉਸ ਦੀ ਸਮਝ ਦੇ ਦੁਆਰਾ ਅਸੀਂ ਫਿਰ ਤੋਂ ਆਪਣੇ ਆਪ ਨੂੰ ਬਦਲ ਸਕਦੇ ਹਾਂ। ਅਸੀਂ ਜੋ ਵੀ ਕਰਮ ਕਰੀਏ ਉਹ ਉਸ ਪਰਮਾਤਮਾ ਦੀ ਯਾਦ ਵਿੱਚ ਤੇ ਆਤਮਾ ਦੀ ਯਾਦ ਵਿੱਚ ਕਰੀਏ। ਕਰਮ ਕਰਦੇ ਹੋਏ ਅਸੀਂ ਇਹ ਮਹਿਸੂਸ ਕਰੀਏ ਕਿ ਮੈਂ ਆਤਮਾ ਹਾਂ, ਇਹਨਾਂ ਹੱਥਾਂ ਦੇ ਨਾਲ ਕਰਮ ਕਰ ਰਹੀ ਹਾਂ, ਪਰ ਇਹਨਾਂ ਹੱਥਾਂ ਦੁਆਰਾ ਕਰਮ ਕਰਨ ਵਾਲੀ ਮੈਂ ਇੱਕ ਸ੍ਰੇਸ਼ਟ ਆਤਮਾ ਹਾਂ। ਮੈਂ ਆਤਮਾ ਇਹਨਾਂ ਅੱਖਾਂ ਦੇ ਨਾਲ ਦੇਖ ਰਹੀ ਹਾਂ, ਪਰ ਇਹ ਅੱਖਾਂ ਮੇਰੀਆਂ ਇੱਕ ਸਾਧਨ ਹੈ ਤੇ ਮੈਂ ਆਤਮਾ ਇੱਕ ਸਾਧਕ ਹਾਂ। ਕੰਨਾਂ ਦੁਆਰਾ ਸੁਣਦੇ ਹੋਏ ਸਦਾ ਇਹ ਯਾਦ ਰਹੇ ਕਿ ਮੈਂ ਆਤਮਾ ਇਹਨਾਂ ਕੰਨਾਂ ਦੁਆਰਾ ਸੁਣਨ ਵਾਲੀ ਹਾਂ। ਮੂੰਹ ਤੋਂ ਬੋਲਦੇ ਹੋਏ ਇਹ ਯਾਦ ਰੱਖੀਏ ਕਿ ਇਹ ਮੂੰਹ ਤਾਂ ਇੱਕ ਮਾਈਕ ਦੇ ਸਮਾਨ ਹੈ, ਪਰ ਇਸ ਮਾਈਕ ਨੂੰ ਪ੍ਰਯੋਗ ਕਰਨ ਵਾਲੀ ਜਾਂ ਇਸ ਮਾਈਕ ਨੂੰ ਯੂਜ਼ ਕਰਨ ਵਾਲੀ ਮੈਂ ਕੌਣ? ਮੈਂ ਇੱਕ ਆਤਮਾ ਹਾਂ। ਸੋ ਅਸੀਂ ਜੋ ਵੀ ਕਰਮ ਕਰਦੇ ਹਾਂ, ਉਹ ਕਰਮ ਕਰਦੇ ਹੋਏ ਸਾਨੂੰ ਆਤਮਾ ਦੀ ਅਨੁਭੂਤੀ ਰਹੇ। ਅਸੀਂ ਇਸ ਨੂੰ ਕਹਾਂਗੇ ਕਿ ਅੰਤਰਮੁਖੀ ਬਣ ਕੇ ਅੰਤਰ ਆਤਮਾ ਦੀ ਅਵਸਥਾ ਵਿੱਚ ਬੈਠ ਕੇ ਅਸੀਂ ਕਰਮ ਕਰਦੇ ਹਾਂ। ਜੋ ਵੀ ਕਰਮ ਕਰੇ, ਜੇਕਰ ਉਹ ਪਰਮਾਤਮਾ ਦੀ ਯਾਦ ਵਿੱਚ ਤੇ ਅੰਤਰ ਆਤਮਾ ਦੀ ਆਵਾਜ਼ ਸੁਣ ਕੇ ਕਰਮ ਕਰਦੇ ਹਾਂ, ਅੰਤਰ ਆਤਮਾ ਦੀ ਸਥਿਤੀ ਵਿੱਚ ਬੈਠ ਕੇ ਕਰਮ ਕਰਦੇ ਹਾਂ, ਤਾਂ ਉਹ ਸਾਡਾ ਕਰਮ ਜੋ ਹੈ ਉਹ ਸ੍ਰੇਸ਼ਟ ਹੋ ਜਾਏਗਾ। ਉਹ ਕਰਮ ਸਭ ਨੂੰ ਸੁਖ ਦੇਵੇਗਾ। ਉਹ ਕਰਮ ਕਰਨ ਦੇ ਨਾਲ ਸਾਡੀਆਂ ਕਰਮ ਇੰਦਰੀਆਂ ਸ਼ੀਤਲ ਹੋ ਜਾਣਗੀਆਂ। ਕਿਹਾ ਵੀ ਜਾਂਦਾ ਹੈ ਕਿ ਯੋਗੀ ਦਾ ਅੰਗ ਅੰਗ ਸ਼ੀਤਲ ਹੈ। ਪਰ ਅੱਜ ਅਸੀਂ ਸੰਸਾਰ ਵਿੱਚ ਦੇਖਦੇ ਹਾਂ ਕਿ ਜਿਸ ਤਰ੍ਹਾਂ ਅੰਗ ਅੰਗ ਵਿੱਚ ਵਿਕਾਰ ਭਰੇ ਹੋਏ ਹਨ, ਪਰੰਤੂ ਅਸੀਂ ਆਪਣੇ ਜੀਵਨ ਨੂੰ ਸ਼ੀਤਲ ਬਣਾਈਏ, ਪਵਿੱਤਰ ਬਣਾਈਏ, ਸੁਖਦਾਈ ਬਣਾਈਏ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਉਸ ਦੇ ਨੈਣ ਤਾਂ ਇੰਨੇ ਸ਼ੀਤਲ ਹਨ ਕਿ ਸਭ ਨੂੰ ਸੁਖ ਦਿੰਦੇ ਹਨ। ਸੋ ਉਹ ਅਸੀਂ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਲਿਆ ਸਕਦੇ ਹਾਂ? ਜਦੋਂ ਅਸੀਂ ਆਪਣੀ ਅੰਤਰਮੁਖਤਾ ਦੀ ਸਟੇਜ ਵਿੱਚ ਬੈਠ ਕੇ ਆਪਣੀ ਆਤਮਾ ਨੂੰ ਦੇਖਣ ਦੀ ਬਾਰ-ਬਾਰ ਪ੍ਰੈਕਟਿਸ ਕਰਾਂਗੇ ਕਿ ਮੈਂ ਕੌਣ ਹਾਂ, ਮੇਰਾ ਅਸਲੀ ਸਰੂਪ ਕੀ ਹੈ, ਮੇਰੇ ਅਸਲੀ ਗੁਣ ਕੀ ਹਨ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਯੋਗੀ ਆਪਣੀ ਕੁਟੀਆ ਦੇ ਵਿੱਚ ਬੈਠ ਜਾਂਦਾ ਹੈ, ਤਾਂ ਜਦੋਂ ਚਾਹੇ ਉਹ ਤਪੱਸਿਆ ਕਰਦਾ ਹੈ ਔਰ ਜਦੋਂ ਚਾਹੇ ਉਹ ਕਰਮ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਯੋਗੀ ਬਣਨਾ ਚਾਹੁੰਦੇ ਹਾਂ, ਅਸੀਂ ਆਪਣੇ ਜੀਵਨ ਵਿੱਚ ਬਹੁਤ ਉੱਚਾ ਜਾਣਾ ਚਾਹੁੰਦੇ ਹਾਂ, ਆਪਣੀ ਆਤਮਾ ਦੀ ਉન્નਤੀ ਕਰਨਾ ਚਾਹੁੰਦੇ ਹਾਂ, ਤਾਂ ਇਸੇ ਤਰ੍ਹਾਂ ਅਸੀਂ ਵੀ ਆਪਣੀ ਅੰਤਰ ਆਤਮਾ ਦੀ ਜੋ ਪ੍ਰੈਕਟਿਸ ਹੈ ਕਰੀਏ। ਜਿਸ ਤਰ੍ਹਾਂ ਇੱਕ ਕਛੂਆ ਅਸੀਂ ਦੇਖਦੇ ਹਾਂ ਕਿ ਜਦੋਂ ਚਾਹੇ ਉਹ ਆਪਣੀਆਂ ਕਰਮ ਇੰਦਰੀਆਂ ਨੂੰ ਖੋਲ੍ਹ ਲੈਂਦਾ ਹੈ, ਜਦੋਂ ਉਸਨੇ ਚੱਲਣਾ ਹੁੰਦਾ ਹੈ, ਅਤੇ ਜਦੋਂ ਉਸਨੇ ਨਹੀਂ ਚੱਲਣਾ ਤਾਂ ਉਹ ਆਪਣੀਆਂ ਕਰਮ ਇੰਦਰੀਆਂ ਨੂੰ ਸਮੇਟ ਲੈਂਦਾ ਹੈ। ਇਸੇ ਤਰ੍ਹਾਂ ਇੱਕ ਯੋਗੀ ਵਿਅਕਤੀ, ਇੱਕ ਗਿਆਨੀ ਵਿਅਕਤੀ ਜਦੋਂ ਚਾਹੇ ਉਹ ਆਪਣੇ ਕਰਮ ਵਿੱਚ ਆਉਂਦਾ ਹੈ ਅਤੇ ਜਦੋਂ ਚਾਹੇ ਉਹ ਇਸ ਕਰਮ ਤੋਂ ਅਲੱਗ ਨਿਆਰਾ ਹੋ ਜਾਂਦਾ ਹੈ।
ਇਸ ਦੇ ਨਾਲ ਅਸੀਂ ਆਪਣੀਆਂ ਕਰਮ ਇੰਦਰੀਆਂ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਅਸੀਂ ਆਪਣੇ ਵਿਚਾਰਾਂ ਤੇ ਵੀ ਜਿੱਤ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ ਇਸ ਤਰ੍ਹਾਂ ਦਾ ਅਭਿਆਸ ਕਰਨ ਦੇ ਨਾਲ ਅਸੀਂ ਆਪਣੀ ਕਰਮ ਇੰਦਰੀਆਂ ਨੂੰ ਆਰਡਰ ਕਰਦੇ ਹਾਂ ਕਿ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਕਿਉਂਕਿ ਅੱਜ ਇਨਸਾਨ ਅੰਤਰਮੁਖੀ ਨਾ ਹੋਣ ਦੇ ਕਾਰਨ, ਕਿਉਂਕਿ ਉਸ ਨੂੰ ਅੰਤਰ ਆਤਮਾ ਦਾ ਗਿਆਨ ਹੀ ਨਹੀਂ, ਜਿਸ ਦੇ ਕਾਰਨ ਉਸ ਦਾ ਆਪਣੇ ਆਪ ਤੇ ਕੰਟਰੋਲ ਵੀ ਨਹੀਂ ਹੈ। ਇਸ ਲਈ ਉਹ ਚਾਹੁੰਦਾ ਹੈ ਕਿ ਮੈਂ ਮੁਖ ਤੋਂ ਬੁਰਾ ਨਾ ਬੋਲਾਂ, ਕਿਸੇ ਨੂੰ ਅਪਸ਼ਬਦ ਨਾ ਕਹਾਂ, ਲੇਕਿਨ ਸੋਚਣ ਦੇ ਬਾਵਜੂਦ ਵੀ ਉਹ ਇਸ ਤਰ੍ਹਾਂ ਕਰ ਨਹੀਂ ਪਾਉਂਦਾ। ਉਹ ਅੱਖਾਂ ਤੋਂ ਬੁਰਾ ਨਹੀਂ ਦੇਖਣਾ ਚਾਹੁੰਦਾ, ਲੇਕਿਨ ਫਿਰ ਵੀ ਉਹ ਬੁਰਾ ਦੇਖ ਲੈਂਦਾ ਹੈ, ਕਿਉਂਕਿ ਉਸਦੇ ਜੋ ਮਨ ਦੇ ਵਿਚਾਰ ਹਨ, ਯਾਨੀ ਕਿ ਮਨ ਦੇ ਉੱਤੇ ਉਸਦਾ ਕੰਟਰੋਲ ਨਹੀਂ ਹੈ। ਮਨ ਨੂੰ ਅਸੀਂ ਸਹੀ ਦਿਸ਼ਾ ਵਿੱਚ ਕਿਸ ਤਰ੍ਹਾਂ ਲਗਾਈਏ, ਮਨ ਨੂੰ ਸ਼ੁਭ ਚਿੰਤਨ ਕਿਸ ਤਰ੍ਹਾਂ ਦੇਈਏ ਔਰ ਸ਼ੁਭ ਚਿੰਤਨ ਹੈ ਵੀ ਕੀ, ਇਸ ਦੇ ਬਾਰੇ ਵਿੱਚ ਵੀ ਉਹ ਨਹੀਂ ਜਾਣਦਾ। ਸੋ ਇਸ ਦੇ ਲਈ ਸਾਨੂੰ ਇਸ ਪ੍ਰੈਕਟਿਸ ਨੂੰ ਬਹੁਤ ਜ਼ਿਆਦਾ ਵਧਾਉਣ ਦੀ ਜ਼ਰੂਰਤ ਹੈ, ਕਿਉਂਕਿ ਅੱਜ ਇਨਸਾਨ ਦੇ ਅਭਿਮਾਨੀ ਬਣ ਚੁੱਕਿਆ ਹੈ। ਉਸ ਦੇ ਅੰਦਰ ਦੇ ਅਭਿਮਾਨ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਕਿ ਮੈਂ ਫਲਾਣਾ ਹਾਂ, ਮੈਂ ਤਾਂ ਬਹੁਤ ਮਹਾਨ ਹਾਂ, ਮੈਂ ਤਾਂ ਬਹੁਤ ਅਮੀਰ ਹਾਂ। ਇਸ ਤਰ੍ਹਾਂ ਦਾ ਮੈਂਪਨ ਜੋ ਉਲਟੇ ਰੂਪ ਵਿੱਚ ਹੈ ਉਹ ਸਾਡੇ ਅੰਦਰ ਆ ਗਿਆ ਹੈ। ਪਰ ਹੁਣ ਅਸੀਂ ਇਸ ਤੋਂ ਵਿਪਰੀਤ ਇਹ ਬਾਹਰੀ ਅਭਿਮਾਨ ਨੂੰ ਛੱਡ ਕੇ ਤੇ ਅੰਤਰ ਆਤਮਾ ਦੇ ਅਭਿਮਾਨ ਨੂੰ ਜਾਣੀਏ, ਜਿਸ ਨੂੰ ਸ਼ੁੱਧ ਅਭਿਮਾਨ ਕਿਹਾ ਜਾਂਦਾ ਹੈ। ਸੋ ਇਸ ਅੰਤਰਮੁਖਤਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੇ ਨਾਲ ਜਿਵੇਂ ਸਾਡੀਆਂ ਕਰਮ ਇੰਦਰੀਆਂ ਸ਼ੀਤਲ ਹੋ ਜਾਂਦੀਆਂ ਹਨ, ਸਾਡੇ ਵਸ ਵਿੱਚ ਆ ਜਾਂਦੀਆਂ ਹਨ, ਇਸੇ ਤਰ੍ਹਾਂ ਸਾਡੇ ਅੰਦਰ ਇੱਕ ਬਹੁਤ ਅੱਛਾ ਗੁਣ ਆ ਜਾਂਦਾ ਹੈ, ਗੰਭੀਰਤਾ। ਕਿਉਂਕਿ ਗੰਭੀਰਤਾ ਸਾਡੇ ਜੀਵਨ ਦੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਜ਼ਿਆਦਾ ਸਹਿਯੋਗੀ ਹੈ। ਅੱਜ ਅਸੀਂ ਦੇਖਦੇ ਹਾਂ ਕਿ ਵਿਅਕਤੀ ਇਹ ਸਮਝਦਾ ਹੈ ਕਿ ਹੱਸਣਾ ਇੱਕ ਬਹੁਤ ਅੱਛਾ ਗੁਣ ਹੈ। ਬੇਸ਼ੱਕ ਹੱਸਣਾ ਅੱਛਾ ਗੁਣ ਹੈ, ਲੇਕਿਨ ਇਸ ਦੇ ਨਾਲ ਨਾਲ ਜੀਵਨ ਵਿੱਚ ਉਨੀ ਗੰਭੀਰਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਜ਼ੋਰ ਦੇ ਨਾਲ ਹੱਸਣ ਨੂੰ ਵੀ ਇੱਕ ਵਿਕਾਰ ਮੰਨਿਆ ਜਾਂਦਾ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਅਸੁਰ ਬਹੁਤ ਜ਼ੋਰ ਦੇ ਨਾਲ ਹੱਸਦੇ ਦਿਖਾਏ ਜਾਂਦੇ ਹਨ, ਪਰੰਤੂ ਜੋ ਇੱਕ ਵਿਅਕਤੀ ਜਿਸ ਨੇ ਆਪਣੇ ਜੀਵਨ ਵਿੱਚ ਦੇਵਤਾ ਬਣਨ ਦਾ ਉਦੇਸ਼ ਲਿਆ ਹੈ, ਤਾਂ ਉਸ ਦੇ ਅੰਦਰ ਦੇਵਤਾ ਦੀ ਤਰ੍ਹਾਂ ਮੁਸਕਰਾਹਟ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਦੇਵਤਾ ਸਦਾ ਮੁਸਕਰਾਉਂਦੇ ਨੇ, ਉਸੇ ਤਰ੍ਹਾਂ ਇਨਸਾਨ ਵੀ ਆਪਣੇ ਜੀਵਨ ਦੇ ਵਿੱਚ ਮੁਸਕਰਾਏ, ਸਦਾ ਆਪਣੇ ਮਨ ਤੋਂ ਖੁਸ਼ ਰਹੇ। ਕਈ ਵਾਰ ਅਸੀਂ ਬਾਹਰ ਤੋਂ ਹੱਸ ਕੇ ਦਿਖਾਵਾ ਕਰਦੇ ਹਾਂ, ਪਰ ਸਾਡਾ ਮਨ ਖੁਸ਼ ਨਹੀਂ ਹੁੰਦਾ। ਪਰੰਤੂ ਯੋਗੀ ਵਿਅਕਤੀ ਆਪਣੇ ਮਨ ਤੋਂ ਸਦਾ ਸੁਖੀ ਰਹਿੰਦਾ ਹੈ, ਉਹ ਮਨ ਤੋਂ ਮੁਸਕਰਾਉਂਦਾ ਹੈ। ਸੋ ਗੰਭੀਰਤਾ ਵੀ ਸਾਡੇ ਜੀਵਨ ਵਿੱਚ ਉਨੀ ਹੀ ਹੋਣੀ ਚਾਹੀਦੀ ਹੈ ਜਿੰਨੀ ਕਿ ਮੁਸਕਰਾਹਟ, ਕਿਉਂਕਿ ਇਸ ਗੁਣ ਦੇ ਆਉਣ ਨਾਲ ਅਸੀਂ ਜੋ ਆਪਣੇ ਮੁਖ ਤੋਂ ਸ਼ਬਦ ਨਹੀਂ ਕਹਿਣਾ ਚਾਹੁੰਦੇ ਉਹ ਨਹੀਂ ਕਹਾਂਗੇ। ਨਹੀਂ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਜੋ ਨਹੀਂ ਕਹਿਣਾ ਚਾਹੁੰਦੇ ਉਹ ਮੁਖ ਤੋਂ ਨਿਕਲ ਜਾਂਦਾ ਹੈ, ਜੋ ਅਸੀਂ ਨਹੀਂ ਬੋਲਣਾ ਚਾਹੁੰਦੇ ਉਹ ਬੋਲ ਦਿੰਦੇ ਹਾਂ, ਜਿਸ ਦੇ ਕਾਰਨ ਅਸੀਂ ਬਾਅਦ ਵਿੱਚ ਬਹੁਤ ਪਛਤਾਉਂਦੇ ਹਾਂ। ਸੋ ਉਸ ਸਮੇਂ ਜੇਕਰ ਸਾਡੇ ਅੰਦਰ ਗੰਭੀਰਤਾ ਦਾ, ਅੰਤਰਮੁਖਤਾ ਦਾ ਗੁਣ ਹੈ, ਤਾਂ ਅਸੀਂ ਉਹੀ ਸ਼ਬਦ ਆਪਣੇ ਮੁਖ ਤੋਂ ਉਚਾਰਨ ਕਰਾਂਗੇ ਜੋ ਅਸੀਂ ਉਚਾਰਨ ਕਰਨਾ ਚਾਹੁੰਦੇ ਹਾਂ। ਕਈ ਵਾਰ ਗੰਭੀਰਤਾ ਨਾ ਹੋਣ ਦੇ ਕਾਰਨ ਅਸੀਂ ਬਹੁਤ ਜ਼ਿਆਦਾ ਬੋਲਦੇ ਹਾਂ, ਜਿਸ ਦੇ ਕਾਰਨ ਸਾਡੇ ਬੋਲ ਦਾ ਕੋਈ ਦੂਸਰੇ ਤੇ ਪ੍ਰਭਾਵ ਨਹੀਂ ਪੈਂਦਾ ਹੈ। ਸਾਡੇ ਬੋਲ ਜਿਸ ਤਰ੍ਹਾਂ ਕਿ ਵਿਅਰਥ ਚਲੇ ਜਾਂਦੇ ਹਨ। ਇਸ ਲਈ ਅਸੀਂ ਗੰਭੀਰਤਾ ਦੇ ਗੁਣ ਨੂੰ ਧਾਰਨ ਕਰਾਂਗੇ ਤਾਂ ਸਾਨੂੰ ਇਹ ਯਾਦ ਰਹੇਗਾ ਕਿ ਅਸੀਂ ਕੀ ਬੋਲਣਾ ਚਾਹੁੰਦੇ ਹਾਂ ਜਾਂ ਸਾਨੂੰ ਕੀ ਬੋਲਣਾ ਹੈ। ਫਿਰ ਯੋਗੀ ਵਿਅਕਤੀ ਇਹ ਵੀ ਧਿਆਨ ਰੱਖੇਗਾ ਕਿ ਮੇਰੇ ਮੁਖ ਤੋਂ ਕੋਈ ਐਸਾ ਸ਼ਬਦ ਨਾ ਨਿਕਲੇ ਜੋ ਦੂਸਰੇ ਨੂੰ ਦੁੱਖ ਦੇਵੇ। ਮੇਰਾ ਕੋਈ ਇਸ ਤਰ੍ਹਾਂ ਦਾ ਵਿਚਾਰ ਨਾ ਚੱਲੇ ਜੋ ਦੂਸਰੇ ਨੂੰ ਠੇਸ ਪਹੁੰਚਾਏ, ਕਿਉਂਕਿ ਮਨ ਦੇ ਵਿਚਾਰ ਵੀ ਬਹੁਤ ਸੂਖਮ ਗਤੀ ਦੇ ਨਾਲ ਦੂਸਰੇ ਤੱਕ ਪਹੁੰਚ ਜਾਂਦੇ ਹਨ। ਪਰ ਅੰਤਰਮੁਖਤਾ ਦੇ ਅਭਿਆਸ ਨਾਲ, ਗੰਭੀਰਤਾ ਦੇ ਗੁਣ ਦੇ ਨਾਲ ਅਸੀਂ ਆਪਣੇ ਮਨ ਤੇ ਵੀ ਕੰਟਰੋਲ ਰੱਖਾਂਗੇ, ਆਪਣੇ ਸ਼ਬਦਾਂ ਤੇ ਵੀ ਕੰਟਰੋਲ ਰੱਖਾਂਗੇ। ਅਸੀਂ ਕੋਈ ਵੀ ਇਸ ਤਰ੍ਹਾਂ ਦਾ ਬੋਲ ਨਹੀਂ ਬੋਲਾਂਗੇ ਜੋ ਦੂਸਰੇ ਨੂੰ ਦੁੱਖ ਦੇਵੇ, ਕਿਉਂਕਿ ਬੋਲ ਤੀਰ ਦੇ ਸਮਾਨ ਨਿਕਲ ਜਾਂਦੇ ਹਨ। ਔਰ ਜੇਕਰ ਇੱਕ ਵਾਰ ਸਾਡੇ ਮੁਖ ਤੋਂ ਕੋਈ ਬੋਲ ਨਿਕਲ ਗਿਆ
ਤਾਂ ਉਹ ਵਾਪਿਸ ਨਹੀਂ ਆਵੇਗਾ। ਸੋ ਇਸ ਦੇ ਵਾਸਤੇ ਸਾਨੂੰ ਆਪਣੇ ਮੂੰਹ ਤੇ ਕੰਟਰੋਲ ਰੱਖਣ ਵਾਸਤੇ, ਆਪਣੇ ਜ਼ੁਬਾਨ ਨੂੰ ਆਪਣੇ ਵਸ ਵਿੱਚ ਰੱਖਣ ਦੇ ਵਾਸਤੇ ਸਾਨੂੰ ਗੰਭੀਰਤਾ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਅੱਜ ਸੰਸਾਰ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਸਾਡੇ ਸਬੰਧ, ਸਾਡੇ ਰਿਸ਼ਤੇ ਟੁੱਟ ਜਾਂਦੇ ਹਨ। ਕਿਉਂ ਟੁੱਟ ਜਾਂਦੇ ਹਨ? ਕਿਉਂਕਿ ਵਿਅਕਤੀ ਆਪਣੇ ਬੋਲ ਨੂੰ ਬਿਨਾਂ ਸੋਚ ਤੋਂ ਹੀ ਬੋਲਦਾ ਰਹਿੰਦਾ ਹੈ। ਆਪਣੇ ਵਿਚਾਰ ਨੂੰ ਬਿਨਾਂ ਸੋਚੇ ਸਮਝੇ ਹੀ ਕੁਛ ਨਾ ਕੁਛ ਸੋਚਦਾ ਰਹਿੰਦਾ ਹੈ, ਬੋਲਦਾ ਰਹਿੰਦਾ ਹੈ, ਕਰਮ ਕਰਦਾ ਰਹਿੰਦਾ ਹੈ। ਉਸ ਨੂੰ ਪਤਾ ਹੀ ਨਹੀਂ ਕਿ ਮੈਂ ਕੀ ਬੋਲਣਾ ਚਾਹੁੰਦਾ ਹਾਂ ਜਾਂ ਮੈਂ ਕੀ ਸੋਚਣਾ ਚਾਹੁੰਦਾ ਹਾਂ, ਕਿਉਂਕਿ ਉਸ ਨੂੰ ਆਪਣੀ ਅੰਤਰ ਆਤਮਾ ਦੀ ਹੀ ਪਹਿਚਾਨ ਨਹੀਂ, ਆਪਣੇ ਮਨ ਤੇ ਉਸ ਨੂੰ ਕੰਟਰੋਲ ਨਹੀਂ ਹੈ, ਜਿਸ ਦੇ ਕਾਰਨ ਉਹ ਕੁਛ ਵੀ ਬੋਲਦਾ ਰਹਿੰਦਾ ਹੈ। ਇਸ ਸੰਸਾਰ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਘੱਟ ਲੋਕ ਹਨ ਜੋ ਆਪਣੇ ਬੋਲ ਤੇ ਧਿਆਨ ਦਿੰਦੇ ਨੇ, ਕਰਮਾਂ ਤੇ ਵੀ ਧਿਆਨ ਨਹੀਂ ਦਿੰਦੇ ਔਰ ਵਿਚਾਰ ਤੇ ਤਾਂ ਬਿਲਕੁਲ ਹੀ ਧਿਆਨ ਨਹੀਂ ਦਿੰਦੇ। ਪਰੰਤੂ ਸਾਡੇ ਜੋ ਉਦੇਸ਼ ਦੀ ਪੂਰਤੀ ਹੈ, ਜੋ ਉਸ ਮੰਜ਼ਿਲ ਤੇ ਅਸੀਂ ਪਹੁੰਚਣਾ ਹੈ, ਜੋ ਇੰਨਾ ਉੱਚਾ ਉਦੇਸ਼ ਅਸੀਂ ਲਿਆ ਹੈ ਆਪਣੀ ਆਤਮਾ ਦੀ ਉન્નਤੀ ਕਰਨ ਦਾ, ਇਸ ਜੀਵਨ ਵਿੱਚ ਅੱਗੇ ਵਧਣ ਦਾ, ਉਸ ਦੇ ਵਾਸਤੇ ਸਾਡੀ ਸ਼ੁਰੂਆਤ ਹੁੰਦੀ ਹੈ ਸਾਡੇ ਮਨ ਤੋਂ, ਸਾਡੇ ਵਿਚਾਰਾਂ ਤੋਂ। ਕਿਉਂਕਿ ਜਿੰਨੇ ਸਾਡੇ ਵਿਚਾਰ ਸ੍ਰੇਸ਼ਟ ਹੋਣਗੇ, ਉਹਨੇ ਸਾਡੇ ਬੋਲ ਵੀ ਸ੍ਰੇਸ਼ਟ ਹੋਣਗੇ, ਉਹਨੇ ਸਾਡੇ ਕਰਮ ਵੀ ਸ੍ਰੇਸ਼ਟ ਹੋਣਗੇ। ਕਈ ਵਾਰ ਅਸੀਂ ਇਹ ਦੇਖਦੇ ਹਾਂ ਕਿ ਕੁਝ ਲੋਕ ਇਹ ਸੋਚਦੇ ਨੇ ਕਿ ਸਾਨੂੰ ਸੱਚ ਬੋਲਣਾ ਚਾਹੀਦਾ ਹੈ। ਸੱਚ ਬੋਲਣਾ ਬਹੁਤ ਅੱਛੀ ਗੱਲ ਹੈ, ਲੇਕਿਨ ਕਦੀ-ਕਦੀ ਸੱਚ कड़वा भी लगता है। पर वो व्यक्ति सोचता है कि नहीं, कुछ भी हो जाए पर सानू सच ही बोलना चाहिए है। पर सानू उस समय ये देखना है कि दूसरे व्यक्ति की अवस्था किस तरह की है, उसका मन की सोच रहा है। जेकर उसके मन में पहले ही उलझन है, जेकर उसके मन में पहला ही डिप्रैशन है, उदासी है, तो वो व्यक्ति उस गल नूं सहन नहीं कर सकता। इसलिए सानू सच बोलते समय जेकर साडे मन के अंदर शुभ भावना है, कल्याण की भावना है, रहम की नज़र है, असी उस व्यक्ति नूं सचमुच परिवर्तन करना चाहते हाँ जां उसकी आत्मा की असी उन्नति करना चाहते हाँ, तो असी सच बोलते हुए भी कदी कौड़ा नहीं बोलांगे। क्योंकि जेकर असी उसकी उन्नति चाहते हाँ तो असी उही शब्द बोलांगे जिन्हां शब्दां दे नाल उस आत्मा नूं सुख मिले, उसका कल्याण होवे। सो सच बोलते हुए भी साडे जीवन विच या साडे शब्दां विच कड़वाहट नहीं आएगी, क्योंकि असी सच्चे दिल नाल उस व्यक्ति का परिवर्तन चाहते हाँ, उसकी मदद करना चाहते हाँ। इसी तरह जीवन विच अंतर्मुखता अते गंभीरता दे नाल सहन शक्ति भी आ जाती है। सहन करना शीलता है, क्योंकि शीलता माना गुणवान व्यक्ति। जो व्यक्ति गुणवान है वो सहनशील जरूर होवेगा। इस संसार विच जिन्ने भी महान व्यक्ति होए हन, उन्हां दी महानता किस आधार ते सी? सहनशीलता दे आधार ते। सो इस तरह असी जो भी साडे सामने मुसीबत आवे, असी घबराइए नहीं, क्योंकि परमात्मा साडे नाल है। जो भी पेपर आवे असी समझिए कि जिस तरह विद्यार्थी नूं अगली क्लास में जाने वास्ते पेपर देने की जरूरत है। जेकर वो पेपर तो घबराएगा तो दूसरी क्लास में कभी नहीं जा सकता, यानी कि अगे कदे नहीं बढ़ सकता। इसी तरह जेकर असी जीवन च अगे बढ़ना चाहते हाँ तो हर परिस्थिति नूं, समस्या नूं असी पेपर समझिए, पेपर समझ के पार करिए ते परमात्मा नूं सदा अपने नाल रखिए, क्योंकि जो परमात्मा नूं अपने नाल रखता है, परमात्मा सदा उसके नाल है। परमात्मा सदा उसनूं मदद करता है, परमात्मा सदा उसनूं प्रेम करता है। ते असीं अपने जीवन का उद्देश उस परमात्मा की मदद नाल जरूर प्राप्त कर लवांगे। उस परमात्मा ते भरोसा रखिए, विश्वास रखिए। ओम शांति।